ਧੰਜਲ ਟਿਊਟੋਰੀਅਲਸ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪਿਆਰੇ ਬੱਚੋ, ਅੱਜ ਅਸੀਂ 9ਵੀਂ ਕਲਾਸ ਦਾ ਪਹਿਲਾ ਚੈਪਟਰ ਪੜ੍ਹਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਮੈਟਰ ਇਨ ਆਵਰ ਸਰਾਊਂਡਿੰਗਸ, ਜਾਂ ਸਾਡੇ ਆਲੇ ਦੁਆਲੇ ਦੇ ਪਦਾਰਥ। ਹਾਂਜੀ ਬੱਚੇ, ਸਭ ਤੋਂ ਪਹਿਲਾਂ ਦੇਖੋ ਮੈਟਰ ਜਾਂ ਪਦਾਰਥ ਕੀ ਹੁੰਦਾ ਹੈ। ਮੈਟਰ ਇਜ਼ ਐਨੀਥਿੰਗ ਵਿਚ ਆਕੂਪਾਈਜ਼ ਸਪੇਸ ਐਂਡ ਹੈਜ਼ ਮਾਸ। ਤਾਂ ਬੱਚੇ, ਕੋਈ ਵੀ ਉਹ ਵਸਤੂ ਜੋ ਕੁਝ ਥਾਂ ਘੇਰੇ ਅਤੇ ਜਿਸ ਦਾ ਕੁਝ ਪੁੰਜ ਹੋਵੇ, ਉਸ ਨੂੰ ਅਸੀਂ ਮੈਟਰ ਜਾਂ ਪਦਾਰਥ ਕਹਿੰਦੇ ਹਾਂ। ਹਾਂਜੀ, ਅੱਗੇ ਆ ਗਿਆ ਕਲਾਸੀਫਿਕੇਸ਼ਨ ਆਫ ਮੈਟਰ। ਹਾਂਜੀ, ਪਦਾਰਥ ਦਾ ਵਰਗੀਕਰਨ। early Indian philosophers classified in the form of 5 basic elements as air, earth, fire, sky and water called ਪੰਜ ਤੱਤਵਾ। ਤਾਂ ਬੱਚੇ, ਜਿਹੜੇ ਪੁਰਾਣੇ ਭਾਰਤੀ ਦਾਰਸ਼ਨਿਕ ਸਨ, ਉਹਨਾਂ ਨੇ ਪਦਾਰਥ ਨੂੰ 5 ਤੱਤਾਂ ਤੋਂ ਮਿਲ ਕੇ ਬਣਿਆ ਦੱਸਿਆ ਹੈ। ਉਹ 5 ਤੱਤ ਕਿਹੜੇ-ਕਿਹੜੇ ਹਨ? ਹਵਾ, ਧਰਤੀ, ਅਗਨੀ, ਆਕਾਸ਼ ਅਤੇ ਪਾਣੀ। ਤੇ ਇਹਨਾਂ 5 ਤੱਤਾਂ ਨੂੰ ਕੀ ਕਿਹਾ ਜਾਂਦਾ ਹੈ? ਪੰਜ ਤੱਤਵ ਜਾਂ 5 ਤੱਤ। On the basis of the physical state, matter is classified as solids, liquids and gas। ਤਾਂ ਬੱਚੇ, ਪਦਾਰਥ ਦੀ ਭੌਤਿਕ ਅਵਸਥਾ ਦੇ ਆਧਾਰ ਤੇ ਪਦਾਰਥ ਨੂੰ 3 ਮੁੱਖ ਵਰਗਾਂ ਦੇ ਵਿੱਚ ਵੰਡਿਆ ਗਿਆ ਹੈ। ਉਹ ਕਿਹੜੇ-ਕਿਹੜੇ ਹਨ? ਸੋਲਿਡਸ ਜਾਂ ਠੋਸ, ਲਿਕੁਇਡਸ ਜਾਂ ਦ੍ਰਵ ਅਤੇ ਗੈਸਿਸ ਜਾਂ ਗੈਸਾਂ। On the basis of chemical composition, matter is classified as pure substance and mixtures। ਤਾਂ ਬੱਚੇ, ਰਸਾਇਣਿਕ ਗੁਣਾਂ ਦੇ ਆਧਾਰ ਤੇ ਪਦਾਰਥ ਨੂੰ 2 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ: ਸ਼ੁੱਧ ਪਦਾਰਥ ਅਤੇ ਮਿਸ਼ਰਣ। Pure substances may be elements or compounds। ਤਾਂ ਬੱਚੇ, ਜੋ ਸ਼ੁੱਧ ਪਦਾਰਥ ਹਨ ਉਹ ਤੱਤ ਵੀ ਹੋ ਸਕਦੇ ਹਨ ਜਾਂ ਯੌਗਿਕ ਵੀ ਹੋ ਸਕਦੇ ਹਨ। Mixtures may be homogeneous mixtures or heterogeneous mixtures। ਤਾਂ ਬੱਚੇ, ਜਿਹੜੇ ਇਹ ਮਿਸ਼ਰਣ ਨੇ ਉਹ ਹੋਮੋਜੀਨੀਅਸ ਜਾਂ ਸਮਅੰਗੀ ਮਿਸ਼ਰਣ ਵੀ ਹੋ ਸਕਦੇ ਨੇ ਜਾਂ ਹੈਟਰੋਜੀਨੀਅਸ ਜਾਂ ਵਿਖਮ ਅੰਗੀ ਮਿਸ਼ਰਣ ਵੀ ਹੋ ਸਕਦੇ ਹਨ। ਹਾਂਜੀ ਬੱਚੇ, ਅੱਗੇ ਆ ਗਿਆ ਫਿਜ਼ੀਕਲ ਨੇਚਰ ਆਫ ਮੈਟਰ, ਪਦਾਰਥ ਦੇ ਭੌਤਿਕ ਗੁਣ। ਹਾਂਜੀ, ਪਦਾਰਥ ਦੇ ਭੌਤਿਕ ਗੁਣ ਜਾਂ ਫਿਜ਼ੀਕਲ ਨੇਚਰ ਕੀ ਹੈ ਮੈਟਰ ਦੀ? ਮੈਟਰ ਇਜ਼ ਮੇਡ ਅਪ ਆਫ ਪਾਰਟੀਕਲਸ। ਤਾਂ ਬੱਚੇ, ਜੋ ਪਦਾਰਥ ਹੈ ਉਹ ਕਣਾਂ ਤੋਂ ਮਿਲ ਕੇ ਬਣਿਆ ਹੈ। The particles of matter are very tiny। ਤਾਂ ਪਦਾਰਥ ਦੇ ਜੋ ਕਣ ਹਨ ਉਹ ਬਹੁਤ ਜ਼ਿਆਦਾ ਛੋਟੇ ਹੁੰਦੇ ਹਨ। The particles of matter have space between them। ਤਾਂ ਪਦਾਰਥ ਦੇ ਕਣਾਂ ਦੇ ਵਿੱਚ ਖਾਲੀ ਥਾਂ ਹੁੰਦੀ ਹੈ। The particles of matter are continuously moving। ਤਾਂ ਬੱਚੇ, ਪਦਾਰਥ ਦੇ ਜੋ ਕਣ ਹਨ ਉਹ ਲਗਾਤਾਰ ਗਤੀਸ਼ੀਲ ਰਹਿੰਦੇ ਹਨ। The particles of matter attract each other। ਤਾਂ ਬੱਚੇ, ਪਦਾਰਥ ਦੇ ਜੋ ਕਣ ਹਨ ਉਹ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਹਨ। ਹਾਂਜੀ, ਪਹਿਲਾ ਦੇਖੋ, ਮੈਟਰ ਇਜ਼ ਮੇਡ ਅਪ ਆਫ ਪਾਰਟੀਕਲਸ। ਤਾਂ ਬੱਚੇ, ਹੁਣ ਅਸੀਂ ਇੱਕ ਪ੍ਰਯੋਗ ਰਾਹੀਂ ਇਹ ਦੇਖਾਂਗੇ ਕਿ ਜੋ ਪਦਾਰਥ ਹੈ ਉਹ ਛੋਟੇ-ਛੋਟੇ ਕਣਾਂ ਦਾ ਬਣਿਆ ਹੁੰਦਾ ਹੈ। Take some water in a beaker
एंड नोट इट्स लैवल। तो बच्चे पहला असी की करना है, असी एक बीकर दे विच पानी भर लेना है ते उस पानी दा असी लैवल जो है वो नोट कर लेना है। डिसॉल्व सम सॉल्ट और शुगर इन इट विद द हेल्प ऑफ अ ग्लास रॉड। तो बच्चे इस बीकर दे विच असी पहला पानी पाया ते वो पानी कित्थे तक है उत्थे तक असी एक बीकर दे उपर एक मार्क लगा लवांगे। फिर इस तो बाद इस बीकर दे विच असी नमक जां खंड नूं घोलांगे। ठीक है जी, असी इस दे विच बीकर दे विच की है जिस दे विच पानी पाया होया सी, असी इस दे विच एक खंड दा जां एक नमक दा चम्मच जो है वो घोल देवांगे। The salt dissolves in the water, but the level of water does not change। ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਲੂਣ ਜਾਂ ਖੰਡ ਨੂੰ ਇਸ ਗਲਾਸ ਰੌਡ ਦੇ ਨਾਲ ਪਾਣੀ ਦੇ ਵਿੱਚ ਘੋਲਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਪਾਣੀ ਦਾ ਜੋ ਲੈਵਲ ਹੈ ਉਸ ਵਿੱਚ ਕੋਈ ਵਾਧਾ ਨਹੀਂ ਹੋਇਆ। This is because the particles of salt get into the space between the particles of water। ਤਾਂ ਬੱਚੇ ਹੁਣ ਅਸੀਂ ਪਾਣੀ ਦੇ ਵਿੱਚ ਨਮਕ ਜਾਂ ਖੰਡ ਘੋਲੀ ਸੀ ਤੇ ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਇਸ ਨੂੰ ਗਲਾਸ ਰੌਡ ਦੇ ਨਾਲ ਪਾਣੀ ਦੇ ਵਿੱਚ ਨਮਕ ਨੂੰ ਘੋਲਿਆ ਤਾਂ ਪਾਣੀ ਦੇ ਲੈਵਲ ਦੇ ਵਿੱਚ ਕੋਈ ਵਾਧਾ ਨਹੀਂ ਹੋਇਆ। ਤਾਂ ਇਸ ਕਿਰਿਆ ਤੋਂ ਇਹ ਸਾਬਿਤ ਹੁੰਦਾ ਹੈ ਕਿ ਜੋ ਪਾਣੀ ਦੇ ਜੋ ਕਣ ਹਨ ਉਹਨਾਂ ਦੇ ਵਿੱਚ ਖਾਲੀ ਥਾਂ ਸੀ ਤੇ ਉਸ ਖਾਲੀ ਥਾਂ ਦੇ ਵਿੱਚ ਲੂਣ ਦੇ ਜੋ ਕਣ ਹਨ ਉਹ ਭਰ ਗਏ ਹਨ, ਜਿਸ ਕਰਕੇ ਪਾਣੀ ਦੇ ਲੈਵਲ ਦੇ ਵਿੱਚ ਕੋਈ ਵਾਧਾ ਨਹੀਂ ਹੋਇਆ। ਤਾਂ ਬੱਚੇ ਪਾਣੀ ਦੇ ਲੈਵਲ ਦੇ ਵਿੱਚ ਵਾਧਾ ਕਿਉਂ ਨਹੀਂ ਹੋਇਆ? ਕਿਉਂਕਿ ਪਹਿਲਾਂ ਹੀ ਪਾਣੀ ਦੇ ਕਣਾਂ ਦੇ ਵਿੱਚ ਖਾਲੀ ਥਾਂ ਸੀ ਤੇ ਉਸ ਖਾਲੀ ਥਾਂ ਦੇ ਵਿੱਚ ਲੂਣ ਦੇ ਕਣ ਆ ਗਏ, ਜਿਸ ਕਰਕੇ ਲੂਣ ਦੇ ਕਣਾਂ ਨੇ ਉਹ ਖਾਲੀ ਥਾਂ ਨੂੰ ਭਰ ਲਿਆ ਤੇ ਇਸ ਕਰਕੇ ਪਾਣੀ ਦਾ ਜੋ ਲੈਵਲ ਹੈ ਉਹ ਨਹੀਂ ਵਧਿਆ। ਤਾਂ ਬੱਚੇ ਇਸ ਕਿਰਿਆ ਤੋਂ ਸਾਬਿਤ ਹੁੰਦਾ ਹੈ ਕਿ ਪਦਾਰਥ ਦੇ ਕਣਾਂ ਦੇ ਵਿੱਚ ਪਦਾਰਥ ਜੋ ਹੈ ਉਹ ਕਣਾਂ ਦਾ ਬਣਿਆ ਹੁੰਦਾ ਹੈ ਤੇ ਪਦਾਰਥ ਦੇ ਕਣਾਂ ਦੇ ਵਿੱਚ ਖਾਲੀ ਥਾਂ ਹੁੰਦੀ ਹੈ। ਹਾਂਜੀ ਬੱਚੇ ਅੱਗੇ ਹੈ the particles of matter are very tiny। ਤਾਂ ਬੱਚੇ ਜੋ ਪਦਾਰਥ ਹੈ ਪਦਾਰਥ ਦੇ ਜੋ ਕਣ ਹਨ ਇਹ ਬਹੁਤ ਛੋਟੇ ਹੁੰਦੇ ਹਨ। ਇਸ ਨੂੰ ਸਾਬਿਤ ਕਰਨ ਦੇ ਲਈ ਅਸੀਂ ਇੱਕ ਕਿਰਿਆ ਕਰਾਂਗੇ। ਤਾਂ ਦੇਖੋ ਕਿਰਿਆ ਜਾਂ ਐਕਟੀਵਿਟੀ ਕੀ ਹੈ। dissolve 2 to 3 crystals of potassium permanganate in 100 milliliter of water in a beaker। ਤਾਂ ਅਸੀਂ ਬੱਚੇ ਕੀ ਕਰਨਾ ਹੈ, ਇੱਕ ਬੀਕਰ ਦੇ ਵਿੱਚ 100 ਮਿਲੀਲੀਟਰ ਪਾਣੀ ਪਾ ਲੈਣਾ ਹੈ ਤੇ ਉਸ ਪਾਣੀ ਦੇ ਵਿੱਚ ਅਸੀਂ ਪੋਟਾਸ਼ੀਅਮ ਪਰਮੈਂਗਨੇਟ ਦੇ 2 ਜਾਂ 3 ਕ੍ਰਿਸਟਲ ਨੂੰ ਘੋਲ ਦੇਣਾ ਹੈ। ਤਾਂ ਜਦੋਂ ਅਸੀਂ ਪੋਟਾਸ਼ੀਅਮ ਪਰਮੈਂਗਨੇਟ ਦੇ 2 ਜਾਂ 3 ਕ੍ਰਿਸਟਲ 100 ਮਿਲੀਲੀਟਰ ਪਾਣੀ ਦੇ ਵਿੱਚ ਘੋਲਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਰੰਗ ਕੀ ਹੈ, ਗੁਲਾਬੀ ਹੋ ਗਿਆ। Take 10 milliliter of this solution and dissolve in 90 milliliter of water। ਤਾਂ ਬੱਚੇ ਇਹ ਜੋ ਘੋਲ ਤਿਆਰ ਹੋਇਆ ਇਸ ਘੋਲ ਦੇ ਵਿੱਚੋਂ ਅਸੀਂ 10 ਮਿਲੀਲੀਟਰ ਘੋਲ ਲੈ ਲੈਣਾ ਹੈ ਤੇ ਇਸ ਘੋਲ ਨੂੰ ਅਸੀਂ 90 ਮਿਲੀਲੀਟਰ ਪਾਣੀ ਦੇ ਵਿੱਚ ਘੋਲ ਦੇਣਾ ਹੈ। ਤਾਂ 90 ਮਿਲੀਲੀਟਰ ਪਾਣੀ ਪਲੱਸ 10 ਮਿਲੀਲੀਟਰ ਘੋਲ ਤਾਂ ਕੁੱਲ ਕਿੰਨਾ ਹੋ ਗਿਆ ਬੱਚੇ ਇਹ 100 ਮਿਲੀਲੀਟਰ। then take 10 milliliter of this solution and dissolve in 90 milliliter of water। ਫਿਰ ਅਸੀਂ ਇਸ ਘੋਲ ਦੇ ਵਿੱਚੋਂ 10 ਮਿਲੀਲੀਟਰ ਘੋਲ ਲੈ ਲੈਣਾ ਹੈ ਤੇ ਇਸ 10 ਮਿਲੀਲੀਟਰ ਘੋਲ ਨੂੰ ਅਸੀਂ 90 ਮਿਲੀਲੀਟਰ ਪਾਣੀ ਦੇ ਵਿੱਚ ਘੋਲ ਦੇਣਾ ਹੈ। ਤਾਂ ਬੱਚੇ 90 ਪਲੱਸ 10 ਕਿੰਨਾ ਹੋ ਗਿਆ 100 ਮਿਲੀਲੀਟਰ।
रिपीट दिस प्रोसैस 5 to 6 टाइम्स। तो बच्चे इसे ही किरिया नूं असीं की है 5 to 6 बार दोहराउणा है। तो बच्चे इस किरिया दे विच तुसीं एक गल नोट कीती होएगी कि ये जो पहला बीकर है जिस विच असीं पोटाशियम पर मैगनेट दे 2 ਜਾਂ 3 क्रिस्टल पाए सन, इस घोल का रंग गूढ़ा है। इस तो बाद जिहड़ा दूसरा घोल तैयार होया उसका रंग पहले घोल के मुकाबले थोड़ा फिक्का है। इस तो जिहड़ा अगला घोल तैयार होया उस घोल का रंग पहले के मुकाबले थोड़ा होर फिक्का हो गया। ते इस घोल दे विचों असीं जिहड़ा 10 मिलीलीटर लैके अगले पानी दे 90 मिलीलीटर घोल दे विच पाया तो असीं देख सकते हैं कि इस बीकर का पानी है जिहड़ा ये पहले बीकर के मुकाबले होर फिक्का हो गया। दिस शोज दैट अ फ्यू क्रिस्टल ऑफ पोटाशियम परमैंगनेट कैन कलर अ लार्ज वॉल्यूम ऑफ वाटर बिकॉज देयर आर मिलियंस ऑफ टाइनी पार्टिकल्स इन ईच क्रिस्टल। तो बच्चे इस किरिया तो की साबित होता है? हुण देखो असीं पहले पानी दे घोल दे विच सिर्फ 2 to 3 क्रिस्टल ही पोटाशियम परमैंगनेट दे पाए सन, पर इन्हां 2 to 3 क्रिस्टल दे नाल ही असीं बहुत ज्यादा पानी नूं रंग दे सके। देखो पहले दे विचों गुलाबी रंग सी, इस तो घोल लिया, फिर उदों हल्का गुलाबी हो गया, इस तो बाद होर हल्का गुलाबी हो गया, इस तो बाद होर हल्का गुलाबी हो गया। तो इस किरिया तो यह साबित होता है कि पोटाशियम परमैंगनेट दे जिहड़े 2 ਜਾਂ 3 क्रिस्टल असीं लए सन वो भी अगे बहुत सारे छोटे छोटे कणां दे बने हुए हैं ते उन्हां कणां दे करके ही असीं बहुत सारे पानी नूं रंगदार बना सके। तो बच्चे इस किरिया तो यह साबित होता है कि जो पदार्थ है यह बहुत सारे छोटे छोटे कणां तो मिलके बनिया है। हाँ जी अगे, द पार्टिकल्स ऑफ मैटर हैव स्पेस बिटवीन दैम। तो बच्चे हुण एक किरिया दे राही असी ये साबित करांगे कि पदार्थ दे जो कण हन उन्हां दे विच खाली थां हुंदी है। एक्टिविटी ਜਾਂ ਕਿਰਿਆ देखो बच्चे की है एक्टिविटी। टेक सम वाटर इन अ बीकर एंड नोट इट्स लैवल। तो असीं एक बीकर दे विच की है बच्चे पानी पा देंगे ते उस पानी दे लैवल नूं असीं नोट करांगे। डिसॉल्व सम सॉल्ट और शुगर इन इट विद द हेल्प ऑफ ग्लास रॉड। तो बच्चे असीं उस दे विच खंड ਜਾਂ ਨਮਕ ਨੂੰ ਘੋਲ ਦੇਾਂਗੇ। ਅਸੀਂ ਖੰਡ ਜਾਂ ਨਮਕ ਨੂੰ ਪਾਣੀ ਦੇ ਵਿੱਚ ਪਾਵਾਂਗੇ ਤੇ ਇਸ ਨੂੰ ਅਸੀਂ ਕੀ ਇੱਕ ਗਲਾਸ ਰੋਡ ਦੀ ਸਹਾਇਤਾ ਦੇ ਨਾਲ ਪਾਣੀ ਦੇ ਵਿੱਚ ਘੋਲ ਦੇਾਂਗੇ। The salt dissolves in the water but the level of water does not change। ਤਾਂ ਹੁਣ ਬੱਚੇ ਜੋ ਨਮਕ ਅਸੀਂ ਪਾਣੀ ਦੇ ਵਿੱਚ ਪਾਇਆ ਤੇ ਇਸ ਨੂੰ ਅਸੀਂ ਗਲਾਸ ਰੋਡ ਦੇ ਨਾਲ ਜਦੋਂ ਘੁਮਾਇਆ ਤਾਂ ਅਸੀਂ ਦੇਖਦੇ ਹਾਂ ਕਿ ਨਮਕ ਤਾਂ ਪਾਣੀ ਦੇ ਵਿੱਚ ਘੁਲ ਜਾਵੇਗਾ ਪਰ ਪਾਣੀ ਦਾ ਜੋ ਲੈਵਲ ਹੈ ਉਸ ਦੇ ਵਿੱਚ ਕੋਈ ਫਰਕ ਨਹੀਂ ਪਿਆ। This is because the particles of salt get into the space between the particles of water। ਤਾਂ ਬੱਚੇ ਇਹ ਕਿਉਂ ਹੋਇਆ ਵੀ ਅਸੀਂ ਪਾਣੀ ਦੇ ਵਿੱਚ ਲੂਣ ਵੀ ਘੋਲ ਦਿੱਤਾ ਤੇ ਪਾਣੀ ਦੇ ਲੈਵਲ ਦੇ ਵਿੱਚ ਵੀ ਕੋਈ ਫਰਕ ਨਹੀਂ ਪਿਆ। ਤਾਂ ਬੱਚੇ ਇਹ ਇਸ ਲਈ ਹੋਇਆ ਕਿਉਂਕਿ ਪਾਣੀ ਦੇ ਕਣਾਂ ਦੇ ਵਿੱਚ ਬਹੁਤ ਸਾਰੀ ਖਾਲੀ ਥਾਂ ਸੀ ਤੇ ਉਸ ਖਾਲੀ ਥਾਂ ਦੇ ਵਿੱਚ ਲੂਣ ਦੇ ਜੋ ਕਣ ਹਨ ਉਹ ਆ ਗਏ ਸਨ। ਇਸ ਲਈ ਪਾਣੀ ਦੇ ਖਾਲੀ ਥਾਵਾਂ ਦੇ ਵਿੱਚ ਲੂਣ ਦੇ ਕਣ ਆ ਜਾਣ ਕਾਰਨ ਪਾਣੀ ਦੇ ਲੈਵਲ ਦੇ ਵਿੱਚ ਕੋਈ ਫਰਕ ਨਹੀਂ ਪਿਆ। ਤਾਂ ਇਸ ਕਿਰਿਆ ਤੋਂ ਇਹ ਸਾਬਿਤ ਹੁੰਦਾ ਹੈ ਕਿ ਜੋ ਪਦਾਰਥ ਹੈ ਉਸ ਦੇ ਵਿੱਚ ਕੀ ਹੈਗਾ ਖਾਲੀ ਥਾਂ ਕਿ ਪਦਾਰਥ ਦੇ ਕਣਾਂ ਦੇ ਵਿੱਚ ਖਾਲੀ ਥਾਂ ਹੁੰਦੀ ਹੈ। Particles of matter
are continuously moving। ਤਾਂ ਬੱਚੇ ਹੁਣ ਅਗਲੀ ਕਿਰਿਆ ਦੇ ਵਿੱਚ ਅਸੀਂ ਦੇਖਾਂਗੇ ਕਿ ਪਦਾਰਥ ਦੇ ਜੋ ਕਣ ਹਨ ਉਹ ਲਗਾਤਾਰ ਗਤੀਸ਼ੀਲ ਰਹਿੰਦੇ ਹਨ। ਹਾਂਜੀ, ਐਕਟੀਵਿਟੀ ਜਾਂ ਕਿਰਿਆ ਕੀ ਹੈ? ਟੇਕ some water in a beaker and put a drop of blue or red ink slowly along the sides of the beaker। ਤਾਂ ਬੱਚੇ ਅਸੀਂ ਇੱਕ ਬੀਕਰ ਦੇ ਵਿੱਚ ਪਾਣੀ ਪਾ ਲੈਣਾ ਹੈ ਤੇ ਉਸ ਪਾਣੀ ਦੇ ਵਿੱਚ ਅਸੀਂ ਡ੍ਰੌਪਰ ਦੀ ਸਹਾਇਤਾ ਦੇ ਨਾਲ ਨੀਲੀ ਜਾਂ ਲਾਲ ਸ਼ਾਹੀ ਦੀ ਇੱਕ ਬੂੰਦ ਪਾਣੀ ਦੇ ਵਿੱਚ ਪਾਉਣੀ ਹੈ। ਲੀਵ ਇਟ ਅਨਡਿਸਟਰਬਡ ਫॉर few hours। ਫਿਰ ਅਸੀਂ ਇਸ ਨੂੰ ਕੁਝ ਘੰਟਿਆਂ ਦੇ ਲਈ ਬਿਨਾਂ ਹਿਲਾਏ ਪਏ ਰਹਿਣ ਦੇਣਾ ਹੈ। The ink spreads evenly throughout the water due to the movement of the particles of water and ink। ਤਾਂ ਬੱਚੇ ਤੁਸੀਂ ਦੇਖੋਗੇ ਕਿ ਇਹ ਜੋ ਸ਼ਾਹੀ ਹੈ, ਇਹ ਜੋ ਸ਼ਾਹੀ ਦੀ ਬੂੰਦ ਹੈ, ਇਹ ਹੌਲੀ ਹੌਲੀ ਸਾਰੇ ਪਾਣੀ ਦੇ ਰੰਗ ਨੂੰ ਬਦਲ ਦਿੰਦੀ ਹੈ। ਤਾਂ ਬੱਚੇ ਇਹ ਕਿਉਂ ਬਦਲ ਦਿੰਦੀ ਹੈ? ਕਿਉਂਕਿ ਸ਼ਾਹੀ ਦੀ ਬੂੰਦ ਦੇ ਕਣ ਅਤੇ ਪਾਣੀ ਦੇ ਕਣ ਇਹ ਨਿਰੰਤਰ ਗਤੀਸ਼ੀਲ ਹੁੰਦੇ ਹਨ, ਜਿਸ ਕਾਰਨ ਸ਼ਾਹੀ ਦਾ ਜੋ ਰੰਗ ਹੈ ਉਹ ਪੂਰੇ ਦਾ ਪੂਰਾ ਇਸ ਪਾਣੀ ਦੇ ਵਿੱਚ ਫੈਲ ਜਾਂਦਾ ਹੈ ਤੇ ਇਸ ਤਰ੍ਹਾਂ ਸ਼ਾਹੀ ਦੇ ਕਣ ਅਤੇ ਪਾਣੀ ਦੇ ਕਣ ਆਪਸ ਦੇ ਵਿੱਚ ਮਿਕਸ ਹੋ ਜਾਂਦੇ ਹਨ, ਜਿਸ ਕਾਰਨ ਪਾਣੀ ਦਾ ਰੰਗ ਬਦਲ ਜਾਂਦਾ ਹੈ। The intermixing of two or more different types of matter on their own is called diffusion। ਤਾਂ ਬੱਚੇ ਦੋ ਜਾਂ ਦੋ ਤੋਂ ਜ਼ਿਆਦਾ ਵੱਖ-ਵੱਖ ਪ੍ਰਕਾਰ ਦੇ ਪਦਾਰਥਾਂ ਦੇ ਕਣਾਂ ਦਾ ਆਪਸ ਦੇ ਵਿੱਚ ਆਪਣੇ ਆਪ ਮਿਲਣ ਦੀ ਕਿਰਿਆ ਨੂੰ ਕੀ ਕਿਹਾ ਜਾਂਦਾ ਬੱਚੇ? ਡਿਫਿਊਜ਼ਨ ਜਾਂ ਪ੍ਰਸਾਰਣ। ਹਾਂਜੀ ਬੱਚੇ, ਅੱਗੇ ਹੈ ਪਾਰਟੀਕਲਸ ਆਫ ਮੈਟਰ ਅਟਰੈਕਟ ਈਚ ਅਦਰ। ਤਾਂ ਬੱਚੇ ਅਸੀਂ ਇਸ ਕਿਰਿਆ ਦੇ ਵਿੱਚ ਦੇਖਾਂਗੇ ਕਿ ਪਦਾਰਥ ਦੇ ਜੋ ਕਣ ਹਨ ਉਹ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਹਨ। ਹਾਂਜੀ ਦੇਖੋ, ਐਕਟੀਵਿਟੀ ਜਾਂ ਕਿਰਿਆ ਕੀ ਹੈ? ਟੇਕ ਐਨ ਆਇਰਨ ਨੇਲ, a piece of chalk and a rubber band। ਤਾਂ ਬੱਚੇ ਆਪਾਂ ਨੇ ਕੀ ਕਰਨਾ ਹੈ? ਇੱਕ ਲੋਹੇ ਦੀ ਕਿੱਲ ਲੈਣੀ ਹੈ, ਇੱਕ ਰਬੜ ਬੈਂਡ ਲੈਣਾ ਹੈ ਤੇ ਇੱਕ ਚੌਕ ਲੈਣਾ ਹੈ। ਟਰਾਈ ਬ੍ਰੇਕਿੰਗ them by hammering, cutting or stretching। ਤਾਂ ਬੱਚੇ ਹੁਣ ਅਸੀਂ ਇਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰਨੀ ਹੈ। ਥੌੜੀ ਦੇ ਨਾਲ ਤੋੜ ਕੇ ਦੇਖਾਂਗੇ ਅਸੀਂ ਇਸ ਨੂੰ, ਕੱਟ ਕੇ ਦੇਖਾਂਗੇ ਜਾਂ ਖਿੱਚ ਕੇ ਦੇਖਾਂਗੇ। It is more easier to break the chalk, less easier to break the rubber band and difficult to break the iron nail। ਤਾਂ ਬੱਚੇ ਹੁਣ ਦੇਖੋ, ਜੇ ਅਸੀਂ ਥੌੜੀ ਦੇ ਨਾਲ ਇਹਨਾਂ ਨੂੰ ਕੁੱਟਣ ਦੀ ਕੋਸ਼ਿਸ਼ ਕਰਾਂਗੇ ਤਾਂ ਚੌਕ ਨੂੰ ਤੋੜਨਾ ਸੌਖਾ ਹੋਏਗਾ, ਜਦਕਿ ਰਬੜ ਬੈਂਡ ਨੂੰ ਤੋੜਨਾ ਜਾਂ ਨੇਲ ਨੂੰ ਤੋੜਨਾ ਚੌਕ ਦੇ ਮੁਕਾਬਲੇ ਥੋੜਾ ਜਿਹਾ ਮੁਸ਼ਕਿਲ ਹੋਏਗਾ। This is because the particles in the iron nail are held together with greater force than in the rubber band or chalk। ਤਾਂ ਬੱਚੇ ਹੁਣ ਚੌਕ ਨੂੰ ਤੋੜਨਾ ਆਸਾਨ ਸੀ, ਜਦਕਿ ਰਬੜ ਬੈਂਡ ਜਾਂ ਆਇਰਨ ਨੇਲ ਜਾਂ ਲੋਹੇ ਦੀ ਮੇਖ ਜੋ ਹੈ ਇਸ ਨੂੰ ਤੋੜਨਾ ਥੋੜਾ ਮੁਸ਼ਕਿਲ ਸੀ। ਤਾਂ ਲੋਹੇ ਦੀ ਮੇਖ ਨੂੰ ਤੋੜਨਾ ਮੁਸ਼ਕਿਲ ਕਿਉਂ ਸੀ ਬੱਚੇ? ਕਿਉਂਕਿ ਲੋਹੇ ਦੀ ਮੇਖ ਦੇ ਜੋ ਕਣ ਹਨ ਇਹ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਆਕਰਸ਼ਣ ਦੇ ਨਾਲ ਜੁੜੇ ਹੋਏ ਹਨ, ਜਦਕਿ ਰਬੜ ਬੈਂਡ ਦੇ ਜੋ ਕਣ ਹਨ ਇੱਕ ਦੂਜੇ ਦੇ ਨਾਲ ਲੋਹੇ ਦੀ ਮੇਖ ਦੇ ਮੁਕਾਬਲੇ ਥੋੜੇ ਘੱਟ ਆਕਰਸ਼ਣ ਨਾਲ ਜੁੜੇ ਹਨ। ਜਦਕਿ ਚੌਕ ਦੇ ਵਿੱਚ ਜੋ ਕਣ ਹਨ ਇਹਨਾਂ ਦੇ ਵਿੱਚ ਵੀ ਆਕਰਸ਼ਣ ਬਲ ਤਾਂ ਹੈ, ਪਰ ਰਬੜ ਬੈਂਡ ਜਾਂ ਲੋਹੇ ਦੀ ਕਿੱਲ ਦੇ ਮੁਕਾਬਲੇ ਇਸ ਦੇ ਜੋ ਕਣ ਹਨ ਇਹਨਾਂ ਦੇ ਵਿੱਚ ਆਕਰਸ਼ਣ ਬਲ ਘੱਟ ਹੈ। ਤਾਂ ਇਸ ਕਿਰਿਆ ਤੋਂ ਇਹ ਸਾਬਿਤ ਹੁੰਦਾ ਹੈ ਕਿ ਪਦਾਰਥ ਦੇ ਕਣ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਹਨ।
हाँ जी बच्चे, अगे आ गया स्टेट्स ऑफ मैटर जां पदार्थ दियां अवस्थावां। मैटर एग्जिस्ट्स इन 3 डिफरेंट स्टेट्स। तो बच्चे जो पदार्थ है यह 3 अवस्थावां दे विच पाया जाता है, सॉलिड, लिक्विड, गैस। तो पदार्थ जो है किहड़ियां 3 अवस्थावां दे विच पाया जाता बच्चे? ठोस, द्रव अते गैस। हाँ जी, अगे है प्रॉपर्टीज ऑफ सॉलिड्स। तो बच्चे हुण असीं ठोस पदार्थां दे गुणां बारे पढ़ांगे। सॉलिड्स हैव डेफिनेट शेप्स एंड फिक्स्ड वॉल्यूम। तो बच्चे जो ठोस हुंदे हन उन्हां दा निश्चित आकार हुंदा है अते निश्चित आयतन हुंदा है। द स्पेस बिटवीन द पार्टिकल्स इज मिनिमम। तो बच्चे जो ठोस दे जो कण हन इन्हां दे विच खाली थावां बहुत घट हुंदियां हन, जां असीं कह सकते हां कि ठोस दे जो कण हन ਇਹ एक दूजे दे नाल बहुत नेड़े नेड़े जुड़े हुंदे हन। द फोर्स ऑफ अट्रैक्शन बिटवीन द पार्टिकल्स इज मैक्सिमम। तो बच्चे ठोस दे कणां दे विच आकर्षण बल सब तो ज्यादा हुंदा है। द मूवमेंट ऑफ द पार्टिकल्स इज मिनिमम। तो बच्चे क्योंकि ठोस दे कणां दे विच आकर्षण बल बहुत ज्यादा हुंदा है तां ठोस दे कणां दे विच गति जो है ये बहुत ज्यादा घट हुंदी है। दे आर लीस्ट कंप्रेसिबल। तो असीं कह सकते हैं कि ठोस जो हन इन्हां नूं दबाउणा मुश्किल हुंदा है। देयर रेट ऑफ डिफ्यूजन इज लीस्ट। तो बच्चे ठोस दे कणां दे विच प्रसरण जो है यह बहुत ज्यादा घट हुंदा है। हाँ जी बच्चे, अगे आ गया प्रॉपर्टीज ऑफ लिक्विड्स, जां हुण असीं द्रवां दे गुणां बारे पढ़ांगे। लिक्विड्स हैव नो डेफिनेट शेप बट हैव फिक्स्ड वॉल्यूम। तो बच्चे जो द्रव हुंदे हन इन्हां दा कोई निश्चित आकार नहीं हुंदा पर इन्हां दा निश्चित आयतन हुंदा है। लिक्विड्स टेक द शेप ऑफ द कंटेनर। तो बच्चे ये जो द्रव हन इन्हां नूं असीं जिस भी बर्तन दे विच पाउंदे हां ये उस बर्तन दा आकार ले लैंदे हन। द स्पेस बिटवीन द पार्टिकल्स इज इंटरमीडिएट। तो बच्चे ये जो द्रव हन इन्हां दे विच कणां दे विच जो खाली थां है वो ठोसां दे मुकाबले द्रवां दे जो कण हन इन्हां दे विच खाली थां थोड़ी ज्यादा हुंदी है। द फोर्स ऑफ अट्रैक्शन बिटवीन द पार्टिकल्स इज इंटरमीडिएट। तो बच्चे ये जो द्रव हन इन्हां दे जो कण हन इन्हां दे विच आकर्षण बल जो है ठोस दे कणां दे मुकाबले थोड़ा घट हुंदा है पर गैसां दे कणां दे मुकाबले थोड़ा ज्यादा हुंदा है। द मूवमेंट ऑफ द पार्टिकल्स इज इंटरमीडिएट। तो बच्चे द्रव दे जो कण हन इन्हां दे विच जो गति है ये ठोस दे कणां दे नालों ज्यादा हुंदी है पर गैस दे कणां दे नालों घट हुंदी है। दे आर लैस कंप्रेसिबल। तो बच्चे द्रव जो हन यह ठोसां दे मुकाबले इन्हां नूं थोड़ा दबाया जा सकता है पर गैसां दे मुकाबले यह घट दबनशील हुंदे हन। देयर रेट ऑफ डिफ्यूजन इज मोर दैन सॉलिड्स। तो बच्चे क्योंकि द्रव दे कणां दे विच खाली थां हुंदी है तां इस लई द्रव दे कणां दे विच प्रसरण ठोस दे कणां दे मुकाबले ज्यादा हुंदा है। हाँ जी बच्चे, अगे है प्रॉपर्टीज ऑफ गैसेस। तो हुण असीं बच्चे गैसां दे गुणां दे बारे पढ़ांगे।
gases have no definite shape or fixed volume। ਤਾਂ ਬੱਚੇ ਜੋ ਗੈਸਾਂ ਹਨ ਇਹਨਾਂ ਦਾ ਨਾ ਤਾਂ ਕੋਈ ਨਿਸ਼ਚਿਤ ਆਕਾਰ ਹੁੰਦਾ ਹੈ ਅਤੇ ਨਾ ਹੀ ਕੋਈ ਨਿਸ਼ਚਿਤ ਆਇਤਨ ਹੁੰਦਾ ਹੈ। gases occupy the whole space of the container। ਤਾਂ ਬੱਚੇ ਜੋ ਗੈਸਾਂ ਹਨ ਇਹਨਾਂ ਨੂੰ ਜਿਸ ਵੀ ਬਰਤਨ ਦੇ ਵਿੱਚ ਪਾਇਆ ਜਾਂਦਾ ਹੈ ਇਹ ਉਸ ਬਰਤਨ ਦੇ ਵਿੱਚ ਪੂਰੀ ਦੀ ਪੂਰੀ ਫੈਲ ਜਾਂਦੀਆਂ ਹਨ। The space between the particles is maximum। ਤਾਂ ਬੱਚੇ ਗੈਸ ਦੇ ਜੋ ਕਣ ਹਨ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਖਾਲੀ ਸਥਾਨ ਹੁੰਦੇ ਹਨ। ਜਿਸ ਤਰ੍ਹਾਂ ਕਿ ਤੁਸੀਂ ਇਸ ਚਿੱਤਰ ਵਿੱਚ ਵੀ ਦੇਖ ਸਕਦੇ ਹੋ ਗੈਸ ਦੇ ਕਣ ਇੱਕ ਦੂਜੇ ਤੋਂ ਬਹੁਤ ਜ਼ਿਆਦਾ ਦੂਰ ਹੁੰਦੇ ਹਨ। ਇਸੇ ਕਰਕੇ ਹੀ ਗੈਸ ਦੇ ਕਣਾਂ ਦੇ ਵਿੱਚ ਬਹੁਤ ਜ਼ਿਆਦਾ ਖਾਲੀ ਸਥਾਨ ਹੁੰਦੇ ਹਨ। The force of attraction between the particles is minimum। ਤਾਂ ਬੱਚੇ ਕਿਉਂਕਿ ਗੈਸ ਦੇ ਕਣ ਇੱਕ ਦੂਜੇ ਤੋਂ ਬਹੁਤ ਜ਼ਿਆਦਾ ਦੂਰ ਹੁੰਦੇ ਹਨ ਇਸ ਲਈ ਇਹਨਾਂ ਕਣਾਂ ਦੇ ਵਿੱਚ ਆਕਰਸ਼ਣ ਬਲ ਬਹੁਤ ਜ਼ਿਆਦਾ ਘੱਟ ਹੁੰਦਾ ਹੈ। The movement of the particle is maximum। ਤਾਂ ਬੱਚੇ ਕਿਉਂਕਿ ਗੈਸ ਦੇ ਕਣ ਇੱਕ ਦੂਜੇ ਤੋਂ ਬਹੁਤ ਜ਼ਿਆਦਾ ਦੂਰ ਹੁੰਦੇ ਹਨ ਇਹਨਾਂ ਦੇ ਵਿਚਾਲੇ ਬਹੁਤ ਜ਼ਿਆਦਾ ਖਾਲੀ ਥਾਂ ਹੁੰਦੀ ਹੈ ਤਾਂ ਇਸ ਲਈ ਗੈਸ ਦੇ ਕਣਾਂ ਦੇ ਵਿੱਚ ਗਤੀ ਬਹੁਤ ਜ਼ਿਆਦਾ ਹੁੰਦੀ ਹੈ। They are most compressible। ਤਾਂ ਬੱਚੇ ਕਿਉਂਕਿ ਗੈਸ ਦੇ ਕਣਾਂ ਦੇ ਵਿੱਚ ਖਾਲੀ ਥਾਂ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਇਸ ਲਈ ਗੈਸਾਂ ਨੂੰ ਆਸਾਨੀ ਦੇ ਨਾਲ ਦਬਾਇਆ ਜਾ ਸਕਦਾ ਹੈ। Their rate of diffusion is more than solids and liquids। ਤਾਂ ਬੱਚੇ ਕਿਉਂਕਿ ਗੈਸਾਂ ਦੇ ਕਣਾਂ ਦੇ ਵਿੱਚ ਬਹੁਤ ਜ਼ਿਆਦਾ ਖਾਲੀ ਸਥਾਨ ਹੁੰਦਾ ਹੈ ਇਸ ਲਈ ਗੈਸ ਦੇ ਕਣਾਂ ਦੇ ਵਿੱਚ ਪ੍ਰਸਰਣ ਜੋ ਹੈ ਇਹ ਠੋਸ ਅਤੇ द्रव ਦੇ ਮੁਕਾਬਲੇ ਬਹੁਤ ਜ਼ਿਆਦਾ ਹੁੰਦਾ ਹੈ। ਹਾਂਜੀ ਬੱਚੇ ਅੱਗੇ ਆ ਗਿਆ ਚੇਂਜ ਆਫ ਸਟੇਟ ਪਦਾਰਥ ਦੀ ਅਵਸਥਾ ਵਿੱਚ ਪਰਿਵਰਤਨ। When a solid is heated it changes into liquid। When a liquid is heated it changes into gas। ਤਾਂ ਬੱਚੇ ਜਦੋਂ ਅਸੀਂ ਠੋਸ ਨੂੰ ਗਰਮ ਕਰਦੇ ਹਾਂ ਜਿਸ ਤਰ੍ਹਾਂ ਕਿ ਉਰੇ ਆਈਸ ਹੈ ਜਾਂ ਬਰਫ਼ ਹੈ ਜਦੋਂ ਅਸੀਂ ਠੋਸ ਨੂੰ ਗਰਮ ਕਰਦੇ ਹਾਂ ਤਾਂ ਉਹ ਕਿਸ ਅਵਸਥਾ ਵਿੱਚ ਬਦਲ ਜਾਂਦਾ ਹੈ ਬੱਚੇ ਲਿਕੁਇਡ ਜਾਂ द्रव ਅਵਸਥਾ ਦੇ ਵਿੱਚ ਬਦਲ ਜਾਂਦਾ ਹੈ। ਤੇ ਜਦੋਂ ਅਸੀਂ द्रव ਨੂੰ ਗਰਮ ਕਰਦੇ ਹਾਂ ਲਿਕੁਇਡ ਜਾਂ द्रव ਜਿਸ ਤਰ੍ਹਾਂ ਉਰੇ ਅਸੀਂ ਪਾਣੀ ਲਿਆ ਤਾਂ ਜਦੋਂ ਅਸੀਂ द्रव ਨੂੰ ਗਰਮ ਕਰਦੇ ਹਾਂ ਤਾਂ द्रव ਬੱਚੇ ਕਿਹੜੀ ਅਵਸਥਾ ਦੇ ਵਿੱਚ ਬਦਲ ਜਾਂਦਾ ਹੈ ਗੈਸ ਦੇ ਵਿੱਚ। ਠੀਕ ਹੈ ਜਦੋਂ ਅਸੀਂ ਠੋਸ ਨੂੰ ਗਰਮ ਕਰਾਂਗੇ ਤਾਂ ਉਹ द्रव ਦੇ ਵਿੱਚ ਬਦਲ ਜਾਏਗਾ ਜਦੋਂ द्रव ਨੂੰ ਗਰਮ ਕਰਾਂਗੇ ਤਾਂ ਉਹ ਗੈਸ ਦੇ ਵਿੱਚ ਬਦਲ ਜਾਂਦਾ ਹੈ। When a gas is cooled it changes to liquid। ਤਾਂ ਜਦੋਂ ਬੱਚੇ ਅਸੀਂ ਗੈਸ ਨੂੰ ਠੰਡਾ ਕਰ ਦਿੰਦੇ ਹਾਂ ਤਾਂ ਉਹ ਕਿਸ ਵਿੱਚ ਬਦਲ ਜਾਂਦੀ ਹੈ द्रव ਦੇ ਵਿੱਚ। ਤਾਂ ਗੈਸ ਨੂੰ ਜੇ ਠੰਡਾ ਕਰ ਦਈਏ ਤਾਂ ਉਹ द्रव ਅਵਸਥਾ ਦੇ ਵਿੱਚ ਆ ਜਾਂਦੀ ਹੈ। When a liquid is cooled it changes into solid। ਤਾਂ ਜਦੋਂ ਬੱਚੇ ਅਸੀਂ द्रव ਨੂੰ ਠੰਡਾ ਕਰ ਦਿੰਦੇ ਹਾਂ ਹੁਣ ਮੰਨ ਲਓ ਜੇ ਅਸੀਂ ਪਾਣੀ ਨੂੰ ਫ੍ਰਿਜ ਦੇ ਵਿੱਚ ਰੱਖ ਕੇ ਠੰਡਾ ਕਰ ਦਈਏ ਤਾਂ ਉਹ ਕੀ ਬਣ ਜਾਂਦਾ ਬੱਚੇ ਉਹ ਬਰਫ਼ ਬਣ ਜਾਂਦੀ ਹੈ ਜੋ ਕਿ ਠੋਸ ਅਵਸਥਾ ਦੇ ਵਿੱਚ ਹੁੰਦੀ ਹੈ। ਇਸੇ ਤਰ੍ਹਾਂ ਬੱਚੇ ਦੇਖੋ एग्जांपल ਦਿੱਤੀ ਹੈ if ice is heated it changes into water। if water is heated it changes into steam। if steam is cooled it changes into water। if water is cooled it changes into ice। ਤਾਂ ਬੱਚੇ ਇੱਥੇ ਉਹੀ ਉਦਾਹਰਨ ਦਿੱਤੀ ਹੈ ਕਿ ਜੇ ਅਸੀਂ बर्फ ਨੂੰ ਗਰਮ ਕਰਾਂਗੇ ਤਾਂ ਉਹ ਪਾਣੀ ਵਿੱਚ ਬਦਲ ਜਾਵੇਗੀ ਜੇ ਪਾਣੀ ਨੂੰ ਗਰਮ ਕਰਾਂਗੇ ਤਾਂ ਉਹ ਸਟੀਮ ਜਾਂ ਭਾਫ਼ ਦੇ ਵਿੱਚ ਬਦਲ ਜਾਵੇਗਾ। ਹੁਣ ਬੱਚੇ ਜੇ ਅਸੀਂ ਭਾਫ਼ ਨੂੰ ਠੰਡੀ ਕਰ ਲਈਏ ਤਾਂ ਉਹ ਕਿਸ ਵਿੱਚ ਬਦਲ ਜਾਵੇਗੀ ਪਾਣੀ ਦੇ ਵਿੱਚ ਤੇ ਜੇ ਪਾਣੀ ਨੂੰ ਅਸੀਂ ਹੋਰ ਠੰਡਾ ਕਰ ਲਈਏ ਤਾਂ ਉਹ ਕਿਸ ਵਿੱਚ ਬਦਲ ਜਾਏਗਾ
बर्फ दे विच जां ठोस दे विच पानी है जो वो बदल जाएगा। हाँ जी, अगे आ गया मेल्टिंग जां फ्यूजन। तो बच्चे मेल्टिंग की हुंदा हैगा? पिघलना। When a solid is heated, the particles begin to vibrate with greater speed and begin to move more freely। ਤਾਂ ਬੱਚੇ ਜਦੋਂ ਅਸੀਂ ਠੋਸ ਨੂੰ ਗਰਮ ਕਰਦੇ ਹਾਂ ਤਾਂ ਠੋਸ ਦੇ ਜੋ ਕਣ ਹਨ ਇਹ ਬਹੁਤ ਤੇਜ਼ੀ ਦੇ ਨਾਲ ਹਿਲਜੁਲ ਸ਼ੁਰੂ ਕਰ ਦਿੰਦੇ ਹਨ, ਜਿਸ ਦੇ ਨਾਲ ਕੀ ਹੈ ਇਸ ਦੇ ਕਣ ਇੱਕ ਦੂਜੇ ਤੋਂ ਥੋੜਾ ਦੂਰ ਚਲੇ ਜਾਂਦੇ ਹਨ। Then at a particular temperature the solid melts and changes into liquid। ਤਾਂ ਬੱਚੇ ਜਦੋਂ ਅਸੀਂ ਠੋਸ ਨੂੰ ਗਰਮ ਕਰਦੇ ਹਾਂ ਤਾਂ ਗਰਮ ਕਰਨ ਦੇ ਨਾਲ ਠੋਸ ਦੇ ਜੋ ਕਣ ਹਨ ਉਹਨਾਂ ਦੇ ਵਿੱਚ ਗਤੀ ਤੇਜ਼ ਹੋ ਜਾਂਦੀ ਹੈ ਤੇ ਜਦੋਂ ਅਸੀਂ ਠੋਸ ਨੂੰ ਜ਼ਿਆਦਾ ਗਰਮ ਕਰਦੇ ਹਾਂ ਤਾਂ ਠੋਸ ਦੇ ਕਣ ਇੱਕ ਦੂਜੇ ਤੋਂ ਦੂਰ ਚਲੇ ਜਾਂਦੇ ਹਨ, जिस नाल की है ठोस जो है वो किस अवस्था दे विच बदल जाता है बच्चे, वो द्रव अवस्था दे विच। The process of melting is also known as fusion। तो बच्चे ये जो अवस्था है जिस दे विच की है ठोस जो है ये द्रव दे विच बदल जाता है उस नूं असीं की कह देना बच्चे, फ्यूजन जां पिघलना। The temperature at which a solid melts is called its melting point। ਤਾਂ ਬੱਚੇ ਉਹ ਤਾਪਮਾਨ ਜਿਸ ਤਾਪਮਾਨ ਤੇ ਕੋਈ ਠੋਸ ਪਿਘਲਣਾ ਸ਼ੁਰੂ ਕਰ ਦਿੰਦਾ ਹੈ ਉਸ ਤਾਪਮਾਨ ਨੂੰ ਅਸੀਂ ਕੀ ਕਹਿੰਦੇ ਆ ਬੱਚੇ, melting point ਜਾਂ ਪਿਘਲਣ ਅੰਕ। The melting point of ice is 0 degree centigrade or 273 Kelvin। ਤਾਂ ਬੱਚੇ बर्फ का जो पिघलन अंक है वो कितना है, 0 डिग्री सेंटीग्रेड ਜਾਂ 273 कैल्विन। लेटेंट हीट ऑफ फ्यूजन। ਤਾਂ लेटेंट हीट ऑफ फ्यूजन की है बच्चे, पिघलन का गुप्त ताप। The amount of heat energy required to change 1 kilogram of solid into liquid at atmospheric pressure at its melting point is called the latent heat of fusion। ਤਾਂ ਬੱਚੇ ਪਿਘਲਣ ਦਾ ਗੁਪਤ ਤਾਪ ਕੀ ਹੈ? ਪਿਘਲਣ ਦਾ ਗੁਪਤ ਤਾਪ ਉਹ ਤਾਪ ਊਰਜਾ ਹੈ ਜੋ ਸਾਨੂੰ 1 ਕਿਲੋਗ੍ਰਾਮ ਠੋਸ ਨੂੰ द्रव ਦੇ ਵਿੱਚ ਬਦਲਣ ਦੇ ਲਈ ਚਾਹੀਦੀ ਹੈ। ਉਸ ਨੂੰ ਅਸੀਂ ਕੀ ਕਹਿੰਦੇ ਆ ਬੱਚੇ, ਲੇਟੈਂਟ ਹੀਟ ਆਫ फ्यूजन ਜਾਂ पिघलन ਦਾ गुप्त ताप। हाँ जी बच्चे, अगे आ गया बॉयलिंग ਜਾਂ उबलना। When a liquid is heated its particles begin to move even faster। ਤਾਂ ਬੱਚੇ ਜਦੋਂ ਅਸੀਂ ਕਿਸੇ द्रव ਨੂੰ ਗਰਮ ਕਰਦੇ ਹਾਂ ਤਾਂ ਉਸ ਦੇ ਜੋ ਕਣ ਹਨ ਉਹ ਬਹੁਤ ਤੇਜ਼ੀ ਦੇ ਨਾਲ गति करना शुरू कर देते हैं। Then at a particular temperature the liquid begins to boil and changes into gas or vapor। ਤਾਂ ਬੱਚੇ ਕਿਸੇ ਖਾਸ ਤਾਪਮਾਨ ਤੇ ਜਾ ਕੇ ਉਹ द्रव ਉਬਲਣਾ ਸ਼ੁਰੂ ਕਰ ਦਿੰਦਾ ਹੈ ਅਤੇ ਉਹ ਗੈਸ ਜਾਂ ਵਾਸ਼ਪ ਵਿੱਚ ਬਦਲਣਾ शुरू हो जाता है। Boiling is a bulk phenomena। When a liquid boils the bulk of the liquid changes into vapor। ਤਾਂ ਬੱਚੇ ਜਦੋਂ ਕੋਈ द्रव ਉਬਲਣਾ ਸ਼ੁਰੂ ਕਰਦਾ ਹੈ ਤਾਂ ਬਹੁਤ ਸਾਰਾ द्रव ਵਾਸ਼ਪ ਵਿੱਚ ਬਦਲਣਾ ਸ਼ੁਰੂ ਹੋ ਜਾਂਦਾ ਹੈ। The temperature at which a liquid starts boiling is called its boiling point। ਤਾਂ ਬੱਚੇ ਉਹ ਤਾਪਮਾਨ ਜਿਸ ਤਾਪਮਾਨ ਤੇ ਕੋਈ द्रव ਉਬਲਣਾ ਸ਼ੁਰੂ ਕਰ ਦਿੰਦਾ ਹੈ ਉਸ ਤਾਪਮਾਨ ਨੂੰ ਅਸੀਂ ਕੀ ਕਹਿੰਦੇ ਆ ਬੱਚੇ,
उबाल अंक ਜਾਂ boiling point. The boiling point of water is 100 degrees centigrade or 373 Kelvin. ਤਾਂ ਬੱਚੇ ਪਾਣੀ ਦਾ ਜੋ ਉਬਾਲ ਅੰਕ ਹੈ ਉਹ ਕਿੰਨਾ ਬੱਚੇ 100 ਡਿਗਰੀ ਸੈਂਟੀਗ੍ਰੇਡ, ਜਾਂ ਜੇ ਅਸੀਂ ਇਸ ਤਾਪਮਾਨ ਨੂੰ ਕੈਲਵਿਨ ਵਿੱਚ ਬਦਲਣਾ ਹੈ ਤਾਂ ਇਹ ਕਿੰਨਾ ਹੋਏਗਾ 373 ਕੈਲਵਿਨ। ਤਾਂ ਬੱਚੇ ਡਿਗਰੀ ਸੈਂਟੀਗ੍ਰੇਡ ਨੂੰ ਜੇ ਅਸੀਂ ਕੈਲਵਿਨ ਵਿੱਚ ਬਦਲਣਾ ਹੈ ਤਾਂ ਅਸੀਂ ਉਸ ਵਿੱਚ ਕਿੰਨੇ ਜਮ੍ਹਾਂ ਕਰਾਂਗੇ ਬੱਚੇ 273। ਜਿਸ ਤਰ੍ਹਾਂ ਕਿ ਪਾਣੀ ਦਾ ਉਬਾਲ ਦਰਜਾ ਹੈ 100 ਡਿਗਰੀ ਸੈਂਟੀਗ੍ਰੇਡ ਤੇ ਜੇ ਅਸੀਂ ਇਸ ਨੂੰ ਕੈਲਵਿਨ ਦੇ ਵਿੱਚ ਬਦਲਣਾ ਹੈ ਤਾਂ ਅਸੀਂ 100 ਦੇ ਵਿੱਚ 273 ਜੋੜਾਂਗੇ ਤਾਂ 100 ਡਿਗਰੀ ਸੈਂਟੀਗ੍ਰੇਡ ਤਾਪਮਾਨ ਕੈਲਵਿਨ ਦੇ ਵਿੱਚ ਕਿੰਨਾ ਹੋਵੇਗਾ ਬੱਚੇ 373 ਕੈਲਵਿਨ। ਹਾਂਜੀ, ਅੱਗੇ ਹੈ ਲੇਟੈਂਟ ਹੀਟ ਆਫ ਵੇਪੋਰਾਈਜੇਸ਼ਨ ਜਾਂ ਵਾਸ਼ਪੀਕਰਨ ਦਾ ਗੁਪਤ ਤਾਪ। The amount of heat energy required to change 1 kilogram of a liquid into gas at atmospheric pressure at its boiling point is called the latent heat of vaporization। ਤਾਂ ਬੱਚੇ ਵਾਸ਼ਪੀਕਰਨ ਦਾ ਗੁਪਤ ਤਾਪ ਕੀ ਹੁੰਦਾ ਹੈ? ਵਾਸ਼ਪੀਕਰਨ ਦਾ ਗੁਪਤ ਤਾਪ ਉਹ ਤਾਪ ਊਰਜਾ ਹੈ ਜੋ ਸਾਨੂੰ 1 ਕਿਲੋਗ੍ਰਾਮ ਦਰਵ ਨੂੰ ਗੈਸ ਜਾਂ ਵਾਸ਼ਪ ਦੇ ਵਿੱਚ ਬਦਲਣ ਲਈ ਚਾਹੀਦੀ ਹੈ। ਉਸ ਨੂੰ ਅਸੀਂ ਕੀ ਕਹਾਂਗੇ ਬੱਚੇ? ਲੇਟੈਂਟ ਹੀਟ ਆਫ ਵੇਪੋਰਾਈਜੇਸ਼ਨ ਜਾਂ ਵਾਸ਼ਪੀਕਰਨ ਦਾ ਗੁਪਤ ਤਾਪ। ਹਾਂਜੀ ਬੱਚੇ, ਅੱਗੇ ਆ ਗਿਆ ਸਬਲੀਮੇਸ਼ਨ ਜਾਂ ਜੌਹਰ ਉਡਾਉਣਾ। The change of state directly from solid to gas or from gas to solid is called sublimation। ਤਾਂ ਬੱਚੇ ਪਦਾਰਥ ਦੀ ਅਵਸਥਾ ਦੇ ਵਿੱਚ ਪਰਿਵਰਤਨ, ਜਦੋਂ ਕੋਈ ਪਦਾਰਥ ਸਿੱਧੇ ਹੀ ਠੋਸ ਅਵਸਥਾ ਤੋਂ ਗੈਸੀ ਅਵਸਥਾ ਦੇ ਵਿੱਚ ਜਾਂ ਗੈਸੀ ਅਵਸਥਾ ਤੋਂ ਸਿੱਧੇ ਹੀ ਠੋਸ ਅਵਸਥਾ ਦੇ ਵਿੱਚ ਬਦਲ ਜਾਂਦਾ ਹੈ ਤਾਂ ਉਸ ਵਿਧੀ ਨੂੰ ਕੀ ਕਹਿੰਦਾ ਬੱਚੇ? ਸਬਲੀਮੇਸ਼ਨ ਜਾਂ ਜੌਹਰ ਉਡਾਉਣਾ। ਐਗਜ਼ਾਮਪਲ, if solid camphor or ammonium chloride is heated it changes into vapor। ਤਾਂ ਉਦਾਹਰਨ ਦੇ ਤੌਰ ਤੇ ਦੇਖੋ ਬੱਚੇ, ਜਦੋਂ ਅਸੀਂ ਠੋਸ ਕੈਂਫਰ ਜਾਂ ਠੋਸ ਐਮੋਨੀਅਮ ਕਲੋਰਾਈਡ ਨੂੰ ਅਸੀਂ ਗਰਮ ਕਰਦੇ ਹਾਂ ਤਾਂ ਉਹ ਸਿੱਧੇ ਹੀ ਭਾਫ ਦੇ ਵਿੱਚ ਬਦਲ ਜਾਂਦਾ ਹੈ। if the vapors are cooled it changes into solid। ਤੇ ਜੇ ਅਸੀਂ ਭਾਫ ਨੂੰ ਠੰਡੀ ਕਰ ਦਈਏ ਤਾਂ ਉਹ ਸਿੱਧਾ ਹੀ ਠੋਸ ਅਵਸਥਾ ਦੇ ਵਿੱਚ ਬਦਲ ਜਾਂਦਾ ਹੈ। ਤਾਂ ਇਸ ਵਿਧੀ ਨੂੰ ਕੀ ਕਹਿੰਦੇ ਆ ਬੱਚੇ? ਅਸੀਂ ਸਬਲੀਮੇਸ਼ਨ ਜਾਂ ਜੌਹਰ ਉਡਾਉਣਾ ਵਿਧੀ। ਤਾਂ ਬੱਚੇ ਇਹ ਜੋ ਨੀਚੇ ਹੈ ਇਹ ਫਿਗਰ 1.7 ਜੋ ਦਿਖਾਈ ਗਈ ਹੈ, ਇਸ ਫਿਗਰ ਦੇ ਵਿੱਚ ਸਾਨੂੰ ਜੌਹਰ ਉਡਾਉਣਾ ਵਿਧੀ ਦਿਖਾਈ ਗਈ ਹੈ। ਇਸ ਦੇ ਵਿੱਚ ਕੀ ਕੀਤਾ ਜਾਂਦਾ ਹੈ? ਅਸੀਂ ਇੱਕ ਚਾਈਨਾ ਡਿਸ਼ ਦੇ ਵਿੱਚ ਅਸੀਂ ਅਮੋਨੀਅਮ ਕਲੋਰਾਈਡ ਪਾ ਲੈਂਦੇ ਆ ਤੇ ਇਸ ਨੂੰ ਉੱਪਰੋਂ ਅਸੀਂ ਇੱਕ ਜੋ ਹੈ ਫਨਲ ਦੇ ਨਾਲ ਢੱਕ ਦਿੰਦੇ ਹਾਂ ਤੇ ਫਨਲ ਨੂੰ ਉੱਪਰੋਂ ਅਸੀਂ ਇਸ ਰੂੰ ਦੇ ਪਲੱਗ ਦੇ ਨਾਲ ਅਸੀਂ ਇਸ ਨੂੰ ਬੰਦ ਕਰ ਦਿੰਦੇ ਹਾਂ। ਤਾਂ ਬੱਚੇ ਜਦੋਂ ਹੁਣ ਇਸ ਨੂੰ ਅਸੀਂ ਗਰਮ ਕਰਾਂਗੇ ਤਾਂ ਗਰਮ ਕਰਨ ਦੇ ਨਾਲ ਇਹ ਜੋ ਅਮੋਨੀਅਮ ਕਲੋਰਾਈਡ ਹੈ ਇਸ ਨੂੰ ਜਦੋਂ ਗਰਮ ਕਰਾਂਗੇ ਤਾਂ ਇਹ ਠੋਸ ਅਵਸਥਾ ਤੋਂ द्रव अवस्था दे विच आए बिना सीधे ही वाष्प विच बदल जाएगा ते ऊपर जाके ये इकट्ठा होना शुरू हो जाएगा। जदों असीं इस नूं ठंडा कर देंगे तो ये वाष्प जो हैं ये दोबारा फिर ठोस अमोनीयम क्लोराइड दे विच बदल जाणगे। तो इस विधि नूं असीं की कहने बच्चे सबलीमेशन जां जौहर उड़ाउणा विधि।
ਇਹ ਵਿਧੀ ਉੱਥੇ ਵਰਤੀ ਜਾਂਦੀ ਹੈ ਜਦੋਂ ਅਸੀਂ ਇੱਕ ਠੋਸ ਨੂੰ ਕਿਸੇ ਦੂਜੇ ਠੋਸ ਵਿੱਚੋਂ ਵੱਖ ਕਰਨਾ ਹੋਵੇ, ਜਿਸ ਵਿੱਚੋਂ ਇੱਕ ਠੋਸ ਅਮੋਨੀਅਮ ਕਲੋਰਾਈਡ ਜਾਂ ਕੈਂਫਰ ਹੋਵੇ। ਤਾਂ ਉਸ ਸਥਿਤੀ ਦੇ ਵਿੱਚ ਅਸੀਂ ਸਬਲੀਮੇਸ਼ਨ ਜਾਂ ਜ਼ੋਹਰ ਉਡਾਉਣਾ ਵਿਧੀ ਵਰਤਦੇ ਹਾਂ। ਹਾਂਜੀ, ਅੱਗੇ ਆ ਗਿਆ ਇਫੈਕਟ ਆਫ ਪ੍ਰੈਸ਼ਰ ਔਨ ਗੈਸਿਸ। ਹਾਂਜੀ, ਗੈਸਾਂ ਦੇ ਉੱਪਰ ਦਬਾਅ ਦਾ ਕੀ ਪ੍ਰਭਾਵ ਪੈਂਦਾ ਹੈ। when pressure is applied on gas, the particles come closer and the gas changes into liquid। ਤਾਂ ਬੱਚੇ ਜਦੋਂ ਅਸੀਂ ਗੈਸ ਦੇ ਉੱਪਰ ਦਬਾਅ ਪਾਉਂਦੇ ਹਾਂ ਤਾਂ ਗੈਸ ਦੇ ਜੋ ਕਣ ਹੁੰਦੇ ਹਨ ਉਹ ਨੇੜੇ ਨੇੜੇ ਆ ਜਾਂਦੇ ਹਨ, ਤੇ ਕਣ ਨੇੜੇ ਆਉਣ ਕਾਰਨ ਗੈਸ ਜੋ ਹੈ ਉਹ द्रव अवस्था ਦੇ ਵਿੱਚ ਬਦਲ ਜਾਂਦੀ ਹੈ। We can liquefy gases by applying pressure and reducing the temperature। ਤਾਂ ਬੱਚੇ ਗੈਸਾਂ ਨੂੰ ਅਸੀਂ द्रव ਅਵਸਥਾ ਦੇ ਵਿੱਚ ਕਿਸ ਤਰ੍ਹਾਂ ਬਦਲ ਸਕਦੇ ਹਾਂ। ਗੈਸਾਂ ਨੂੰ ਅਸੀਂ ਪ੍ਰੈਸ਼ਰ ਨਾਲ ਜਾਂ ਫਿਰ ਤਾਪਮਾਨ ਨੂੰ ਘਟਾ ਕੇ ਗੈਸਾਂ ਨੂੰ ਅਸੀਂ द्रव ਅਵਸਥਾ ਦੇ ਵਿੱਚ ਬਦਲ ਸਕਦੇ ਹਾਂ। compressed solid carbon dioxide is called dry ice। ਤਾਂ ਬੱਚੇ ਇਹ ਜੋ ਕਾਰਬਨ ਡਾਈਆਕਸਾਈਡ ਗੈਸ ਹੈ ਇਸ ਨੂੰ ਜੇ ਅਸੀਂ ਕੰਪਰੈਸ ਕਰ ਦਈਏ ਜਾਂ ਇਸ ਨੂੰ ਅਸੀਂ ਦਬਾ ਦਈਏ ਤਾਂ ਇਸ ਨੂੰ ਅਸੀਂ ਕੀ ਕਹਿੰਦੇ ਆ, ਡਰਾਈ ਆਈਸ। ਤਾਂ ਠੋਸ ਕਾਰਬਨ ਡਾਈਆਕਸਾਈਡ ਨੂੰ ਜੇ ਦਬਾ ਦਿੱਤਾ ਜਾਵੇ ਤਾਂ ਇਹ ठोस आइस ਜਾਂ ड्राई आइस बन जाती है। If the pressure is reduced, it changes directly to gas without coming into liquid state। ਤਾਂ ਬੱਚੇ ਜੇ ਅਸੀਂ ਕਾਰਬਨ ਡਾਈਆਕਸਾਈਡ ਗੈਸ ਦੇ ਉੱਪਰ ਪ੍ਰੈਸ਼ਰ ਘਟਾ ਦਿੰਦੇ ਹਾਂ ਤਾਂ ਇਹ ਠੋਸ ਅਵਸਥਾ ਤੋਂ ਸਿੱਧੇ ਹੀ ਗੈਸੀ ਅਵਸਥਾ ਦੇ ਵਿੱਚ ਬਦਲ ਜਾਂਦੀ ਹੈ ਅਤੇ द्रव ਅਵਸਥਾ ਦੇ ਵਿੱਚ ਇਹ ਨਹੀਂ ਆਉਂਦੀ। So solid carbon dioxide is known as dry ice। ਇਸ ਲਈ ਠੋਸ ਕਾਰਬਨ ਡਾਈਆਕਸਾਈਡ ਜੋ ਹੈ ਇਸ ਨੂੰ ਅਸੀਂ ਡਰਾਈ ਆਈਸ ਵੀ ਕਹਿੰਦੇ ਹਾਂ। ਇੰਟਰ ਕਨਵਰਜ਼ਨ ਆਫ the three states of matter। ਹਾਂਜੀ, ਪਦਾਰਥ ਦੀਆਂ ਤਿੰਨ ਅਵਸਥਾਵਾਂ ਦੇ ਵਿੱਚ ਪਰਿਵਰਤਨ। The states of matter are interconvertible। ਤਾਂ ਬੱਚੇ ਪਦਾਰਥ ਦੀਆਂ ਜੋ ਤਿੰਨ ਅਵਸਥਾਵਾਂ ਹਨ ਇਹ ਇੱਕ ਦੂਜੇ ਦੇ ਵਿੱਚ ਬਦਲ ਸਕਦੀਆਂ ਹਨ। The state of matter can be changed by changing the temperature or pressure। ਤਾਂ ਬੱਚੇ ਅਸੀਂ ਪਦਾਰਥ ਦੀ ਅਵਸਥਾ ਨੂੰ ਕਿਸ ਤਰ੍ਹਾਂ ਬਦਲ ਸਕਦੇ ਹਾਂ। ਤਾਂ ਅਸੀਂ ਪਦਾਰਥ ਦੀ ਅਵਸਥਾ ਨੂੰ ਜਾਂ ਤਾਂ ਤਾਪਮਾਨ ਘਟਾ ਕੇ ਜਾਂ ਪ੍ਰੈਸ਼ਰ ਘਟਾ ਕੇ ਜਾਂ ਵਧਾ ਕੇ, ਤਾਪਮਾਨ ਘਟਾ ਕੇ ਜਾਂ ਵਧਾ ਕੇ ਅਸੀਂ ਪਦਾਰਥ ਦੀਆਂ ਅਵਸਥਾਵਾਂ ਨੂੰ ਬਦਲ ਸਕਦੇ ਹਾਂ। ਹਾਂਜੀ, ਜਿਸ ਤਰ੍ਹਾਂ ਦੇਖੋ ਬੱਚੇ द्रव ਹੈ, द्रव ਨੂੰ ਜੇ ਅਸੀਂ ਗਰਮ ਕਰ ਦਈਏ ਤਾਂ ਇਹ ਗੈਸ ਵਿੱਚ ਬਦਲ ਜਾਂਦਾ ਹੈ, ਤੇ ਗੈਸ ਨੂੰ ਜੇ ਅਸੀਂ ਠੰਡਾ ਕਰ ਦਈਏ ਤਾਂ ਇਹ द्रव ਵਿੱਚ ਬਦਲ ਜਾਂਦਾ ਹੈ। द्रव ਨੂੰ ਜੇ ਅਸੀਂ ਠੰਡਾ ਕਰ ਦਈਏ ਤਾਂ ਇਹ ਠੋਸ ਬਣ ਜਾਂਦਾ ਹੈ, ਤੇ ਠੋਸ ਨੂੰ ਜੇ ਅਸੀਂ ਗਰਮ ਕਰ ਦਈਏ ਤਾਂ ਇਹ द्रव ਅਵਸਥਾ ਦੇ ਵਿੱਚ ਬਦਲ ਜਾਂਦਾ ਹੈ। ਤਾਂ ਇਸ ਤਰ੍ਹਾਂ ਅਸੀਂ ਪਦਾਰਥ ਦੀਆਂ ਵੱਖ-ਵੱਖ ਅਵਸਥਾਵਾਂ ਨੂੰ ਇੱਕ ਦੂਜੇ ਦੇ ਵਿੱਚ ਅਸੀਂ ਬਦਲ ਸਕਦੇ ਹਾਂ। ਤਾਂ ਬੱਚੇ ਜੇ ਅਸੀਂ ਠੋਸ ਨੂੰ ਸਿੱਧੇ ਹੀ ਗੈਸੀ ਅਵਸਥਾ ਦੇ ਵਿੱਚ ਬਦਲਣਾ ਹੈ ਤਾਂ ਉਸ ਵਿਧੀ ਨੂੰ ਕੀ ਕਿਹਾ ਜਾਂਦਾ ਹੈਗਾ, ਸਬਲੀਮੇਸ਼ਨ। ਤੇ ਜੇ ਗੈਸ ਨੂੰ ਸਿੱਧੇ ਹੀ ਠੋਸ ਵਿੱਚ ਬਦਲਣਾ ਹੈ ਉਸ ਵਿਧੀ ਨੂੰ ਕੀ ਕਿਹਾ ਜਾਂਦਾ ਹੈ, ਡੈਪੋਜੀਸ਼ਨ। ਹਾਂਜੀ ਬੱਚੇ, ਅੱਗੇ ਹੈ ਇਵੈਪੋਰੇਸ਼ਨ ਜਾਂ ਵਾਸ਼ਪੀਕਰਨ। The change of a liquid into vapor at any temperature below its boiling point is called evaporation।
ਤਾਂ ਬੱਚੇ ਇਵੈਪੋਰੇਸ਼ਨ ਜਾਂ ਵਾਸ਼ਪੀਕਰਨ ਕੀ ਹੁੰਦਾ ਹੈ? ਜਦੋਂ ਕੋਈ ਦਰਵ ਉਸ ਦੇ ਉਬਲਣ ਅੰਕ ਤੋਂ ਪਹੁੰਚੇ ਤੋਂ ਬਿਨਾਂ ਹੀ, ਉਬਲਣ ਅੰਕ ਤੱਕ ਪਹੁੰਚਣ ਤੋਂ ਬਿਨਾਂ ਹੀ ਜਦੋਂ ਕੋਈ ਦਰਵ ਉਸ ਦੇ ਵਾਸ਼ਪ ਅਵਸਥਾ ਵਿੱਚ ਬਦਲ ਜਾਂਦਾ ਹੈ ਤਾਂ ਉਸ ਵਿਧੀ ਨੂੰ ਅਸੀਂ ਕੀ ਕਹਿੰਦੇ ਆ? ਇਵੈਪੋਰੇਸ਼ਨ ਜਾਂ ਵਾਸ਼ਪੀਕਰਨ। Evaporation is a surface phenomena. Particles from the surface gain enough energy to overcome the forces of attraction and changes to vapor state। ਤਾਂ ਬੱਚੇ ਵਾਸ਼ਪੀਕਰਨ ਦੇ ਵਿੱਚ ਕੀ ਹੁੰਦਾ ਹੈ? ਵਾਸ਼ਪੀਕਰਨ ਦੇ ਵਿੱਚ ਦਰਵ ਦੇ ਜੋ ਕਣ ਹਨ ਉਹ ਸਤ੍ਹਾ ਦੀ ਗਰਮੀ ਸੋਖ ਕੇ ਉਸ ਦੀ ਜੋ ਗਰਮੀ ਹੈ ਉਸ ਦੇ ਨਾਲ ਉਸ ਦੇ ਕਣਾਂ ਦੇ ਵਿੱਚ ਜੋ ਆਕਰਸ਼ਣ ਬਲ ਹੈ ਉਹ ਘਟ ਜਾਂਦਾ ਹੈ ਤੇ ਉਹ ਦਰਵ ਜੋ ਹੈ ਉਹ ਵਾਸ਼ਪ ਅਵਸਥਾ ਦੇ ਵਿੱਚ ਬਦਲ ਜਾਂਦਾ ਹੈ। ਫੈਕਟਰਸ ਅਫੈਕਟਿੰਗ ਇਵੈਪੋਰੇਸ਼ਨ। ਤਾਂ ਬੱਚੇ ਉਹ ਕੀ ਕਾਰਨ ਹਨ ਜੋ ਵਾਸ਼ਪੀਕਰਨ ਨੂੰ ਪ੍ਰਭਾਵਿਤ ਕਰਦੇ ਹਨ? The rate of evaporation depends upon surface area, temperature, humidity and wind speed। ਤਾਂ ਬੱਚੇ ਵਾਸ਼ਪੀਕਰਨ ਦੀ ਦਰ ਜੋ ਹੈ ਉਹ ਕਿਸ ਚੀਜ਼ ਤੇ ਨਿਰਭਰ ਕਰਦੀ ਹੈ? ਉਹਦੇ ਸਤ੍ਹਾ ਦੇ ਖੇਤਰਫਲ ਤੇ, ਤਾਪਮਾਨ ਤੇ, ਹਿਊਮਿਡਿਟੀ ਤੇ ਜਾਂ ਆਪਾਂ ਕਹਿ ਲਈਏ ਕਿ ਨਮੀ ਤੇ, ਅਤੇ ਵਿੰਡ ਸਪੀਡ ਜਾਂ ਹਵਾ ਦੀ ਰਫ਼ਤਾਰ ਤੇ। increase in the surface area increase the rate of evaporation। ਜਿੰਨਾ ਜ਼ਿਆਦਾ ਸਤ੍ਹਾ ਦਾ ਖੇਤਰਫਲ ਹੋਏਗਾ ਓਨਾ ਹੀ ਜ਼ਿਆਦਾ ਵਾਸ਼ਪੀਕਰਨ ਦੀ ਦਰ ਵੱਧ ਹੋਏਗੀ। ਜਿਸ ਤਰ੍ਹਾਂ ਕਿ ਜੇ ਆਪਾਂ ਗੱਲ ਕਰੀਏ ਵੀ ਜੇ ਅਸੀਂ ਪਾਣੀ ਨੂੰ ਫਰਸ਼ ਤੇ ਡੋਲਿਆ ਹੋਇਆ ਹੈ ਤੇ ਇੱਕ ਦੂਸਰਾ ਪਾਣੀ ਹੈ ਜਿਸ ਨੂੰ ਅਸੀਂ ਬਾਲਟੀ ਦੇ ਵਿੱਚ ਰੱਖਿਆ ਹੈ ਤਾਂ ਬੱਚੇ ਕਿਸ ਪਾਣੀ ਦੇ ਵਿੱਚ ਵਾਸ਼ਪੀਕਰਨ ਦੀ ਦਰ ਜ਼ਿਆਦਾ ਹੋਵੇਗੀ? ਬਿਲਕੁਲ ਠੀਕ, ਜੋ ਪਾਣੀ ਫਰਸ਼ ਦੇ ਉੱਤੇ ਡੁੱਲਿਆ ਹੈ ਉਸ ਪਾਣੀ ਦੇ ਵਿੱਚ ਵਾਸ਼ਪੀਕਰਨ ਜ਼ਿਆਦਾ ਹੋਵੇਗਾ, ਜਦਕਿ ਜੋ ਪਾਣੀ ਬਾਲਟੀ ਦੇ ਵਿੱਚ ਹੈ ਉਸ ਵਿੱਚ ਵਾਸ਼ਪੀਕਰਨ ਘੱਟ ਹੋਏਗਾ, ਕਿਉਂਕਿ ਫਰਸ਼ ਦੇ ਉੱਤੇ ਡੁੱਲੇ ਹੋਏ ਪਾਣੀ ਦਾ ਜੋ ਸਤ੍ਹਾ ਖੇਤਰਫਲ ਹੈ ਉਹ ਜ਼ਿਆਦਾ ਹੈ। ਇਸ ਲਈ ਜ਼ਿਆਦਾ ਖੇਤਰਫਲ ਜੋ ਹੈ ਉਹ ਵਾਸ਼ਪੀਕਰਨ ਦੀ ਦਰ ਨੂੰ ਵਧਾ ਦਿੰਦਾ ਹੈ। increase in temperature increase the rate of evaporation। ਤਾਂ ਬੱਚੇ ਤਾਪਮਾਨ ਦੇ ਵਧਣ ਦੇ ਨਾਲ ਵਾਸ਼ਪੀਕਰਨ ਦੀ ਦਰ ਵੀ ਵੱਧ ਜਾਂਦੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਜਦੋਂ ਦਰਵ ਦਾ ਤਾਪਮਾਨ ਵੱਧਦਾ ਹੈ ਤਾਂ ਦਰਵ ਦੇ ਕਣ ਇੱਕ ਦੂਜੇ ਤੋਂ ਦੂਰ ਹੁੰਦੇ ਜਾਂਦੇ ਹਨ ਤੇ ਉਹਨਾਂ ਕਣਾਂ ਦੀ ਗਤੀ ਵੱਧ ਜਾਂਦੀ ਹੈ, ਜਿਸ ਕਾਰਨ ਕੀ ਹੈ ਉਹ ਛੇਤੀ ਹੀ ਕਣ ਵਾਸ਼ਪੀਕ੍ਰਿਤ ਹੋ ਜਾਂਦੇ ਹਨ। ਇਸ ਲਈ ਤਾਪਮਾਨ ਦੇ ਵਧਣ ਦੇ ਨਾਲ ਵਾਸ਼ਪੀਕਰਨ ਦੀ ਦਰ ਵੀ ਵੱਧ ਜਾਂਦੀ ਹੈ। increase in humidity decrease the rate of evaporation। ਤਾਂ ਬੱਚੇ ਜੇ ਵਾਤਾਵਰਣ ਦੇ ਵਿੱਚ ਨਮੀ ਜ਼ਿਆਦਾ ਹੈ ਤਾਂ ਉਸ ਦੇ ਨਾਲ ਕੀ ਹੈ ਵਾਸ਼ਪੀਕਰਨ ਦੀ ਦਰ ਵੀ ਘੱਟ ਹੋਏਗੀ। ਜੇ ਨਮੀ ਘੱਟ ਹੈ ਤਾਂ ਵਾਸ਼ਪੀਕਰਨ ਦੀ ਦਰ ਵੱਧ ਹੋਏਗੀ, ਜੇ ਨਮੀ ਵਾਤਾਵਰਣ ਦੇ ਵਿੱਚ ਨਮੀ ਜੇ ਜ਼ਿਆਦਾ ਹੈ ਤਾਂ ਵਾਸ਼ਪੀਕਰਨ ਦੀ ਦਰ ਕੀ ਹੋਏਗੀ? ਘੱਟ ਹੋਏਗੀ। increase in wind speed increases the rate of evaporation। ਤਾਂ ਬੱਚੇ ਜੇ ਹਵਾ ਚੱਲ ਰਹੀ ਹੈ ਤਾਂ ਹਵਾ ਦੇ ਨਾਲ ਵਾਸ਼ਪੀਕਰਨ ਦੀ ਦਰ ਵੱਧ ਹੋਏਗੀ, ਜੇ ਹਵਾ ਨਹੀਂ ਚੱਲ ਰਹੀ ਤਾਂ ਵਾਸ਼ਪੀਕਰਨ ਦੀ ਦਰ ਘੱਟ ਹੋਵੇਗੀ। ਹਾਂਜੀ, evaporation causes cooling। ਤਾਂ ਬੱਚੇ ਵਾਸ਼ਪੀਕਰਨ ਜੋ ਹੈ ਇਸ ਦੇ ਨਾਲ ਕੀ ਹੁੰਦਾ ਹੈ ਸਾਨੂੰ ਠੰਡਕ ਮਹਿਸੂਸ ਹੁੰਦੀ ਹੈ। when a liquid evaporates the particles of the liquid absorb heat from the surroundings and evaporates
ਤਾਂ ਬੱਚੇ ਜਦੋਂ ਕੋਈ द्रव ਵਾਸ਼ਪੀਕ੍ਰਿਤ ਹੁੰਦਾ ਹੈ ਉਸ ਵਕਤ ਕੀ ਹੁੰਦਾ ਹੈ? ਤਾਂ ਉਸ ਵਕਤ द्रव ਦੇ ਜੋ ਕਣ ਹਨ ਉਹ ਵਾਤਾਵਰਣ ਦੇ ਵਿੱਚੋਂ ਗਰਮੀ ਸੋਖ ਲੈਂਦੇ ਹਨ ਅਤੇ ਆਪ ਕੀ ਹੈ ਉਹ ਵਾਸ਼ਪੀਕ੍ਰਿਤ ਹੋ ਜਾਂਦੇ ਹਨ ਅਤੇ ਜਿੱਥੋਂ ਉਹ ਗਰਮੀ ਸੋਖਦੇ ਹਨ ਉਹ ਸਤ੍ਹਾ ਕੀ ਹੈ ਉਹ ਠੰਡੀ ਮਹਿਸੂਸ ਹੁੰਦੀ ਹੈ। एग्जाम्पल, people sprinkle water on the roof or open ground because during evaporation water absorbs heat, makes the hot surface cool। ਤਾਂ ਬੱਚੇ ਉਦਾਹਰਨ ਦੇ ਤੌਰ ਤੇ ਦੇਖੋ, ਲੋਕ ਜੋ ਹਨ ਉਹ ਆਪਣੀ ਛੱਤ ਦੇ ਉੱਪਰ ਜਾਂ ਆਪਣੇ ਗਰਾਊਂਡ ਦੇ ਵਿੱਚ ਕੀ ਹੈ ਪਾਣੀ ਦਾ ਛਿੜਕਾਓ ਕਰਦੇ ਹਨ। ਪਾਣੀ ਛਿੜਕਣ ਦੇ ਨਾਲ ਕੀ ਹੁੰਦਾ ਹੈ ਬੱਚੇ, पानी जो है उस सतह की जो गर्मी है उसनू सोख के पानी वाष्पीकृत हो जाता है ते वो सतह जो है सानू वो ठंडी महसूस होती है। ड्यूरिंग समर वी स्वेट मोर बिकॉज ड्यूरिंग इवेपोरेशन द स्वेट एब्जॉर्ब्स हीट फ्रॉम अवर बॉडी मेकिंग द बॉडी कूल। ਤਾਂ ਬੱਚੇ ਗਰਮੀਆਂ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਇਸ ਨਾਲ ਕੀ ਹੁੰਦਾ ਹੈ, ਇਹ ਜੋ ਪਸੀਨਾ ਹੈ ਇਹ ਸਾਡੇ ਸਰੀਰ ਤੋਂ ਗਰਮੀ ਨੂੰ ਸੋਖ ਲੈਂਦਾ ਹੈ ਤੇ ਸਾਡੇ ਸਰੀਰ ਨੂੰ ਠੰਡਕ ਮਹਿਸੂਸ ਹੁੰਦੀ ਹੈ। wearing cotton clothes in summer keeps us cool because cotton absorbs sweat, and when the sweat evaporates it absorbs heat from our body and make the body cool। ਤਾਂ ਬੱਚੇ ਗਰਮੀਆਂ ਦੇ ਵਿੱਚ ਕੀ ਹੈ ਅਸੀਂ ਕਾਟਨ ਦੇ ਕੱਪੜੇ ਪਾਉਨੇ ਆ ਕਿਉਂਕਿ ਕਾਟਨ ਜੋ ਹੈ ਇਹ ਕੀ ਕਰਦੀ ਹੈ, ਇਹ ਸਾਨੂੰ ਠੰਡਾ ਰੱਖਦੀ ਹੈ। ਕਿਸ ਤਰ੍ਹਾਂ ਠੰਡਾ ਰੱਖਦੀ ਹੈ, ਕਿਉਂਕਿ ਜੇ ਇਹ ਜੋ ਕਾਟਨ ਦੇ ਕੱਪੜੇ ਹਨ ਇਹ ਸਾਡੇ ਪਸੀਨੇ ਨੂੰ ਸੋਖ ਲੈਂਦੇ ਹਨ ਤੇ ਇਹ ਪਸੀਨਾ ਜੋ ਹੈ ਇਹ ਸਾਡੇ ਸਰੀਰ ਨੂੰ ਦੀ ਗਰਮੀ ਨੂੰ ਸੋਖ ਕੇ ਸਾਡੇ ਸਰੀਰ ਨੂੰ ਠੰਡਕ ਪ੍ਰਦਾਨ ਕਰਦਾ ਹੈ। ਹਾਂਜੀ ਅੱਗੇ ਦੇਖੋ ਬੱਚੇ, ਡੈਜ਼ਰਟ ਕੂਲਰ ਜਾਂ ਜੋ ਸਾਡੇ ਘਰਾਂ ਦੇ ਵਿੱਚ ਕੂਲਰ ਹੁੰਦਾ ਹੈ ਉਹ ਸਾਨੂੰ ਕਿਸ ਤਰ੍ਹਾਂ ਠੰਡਕ ਪਹੁੰਚਾਉਂਦਾ ਹੈ। ਜਿਸ ਤਰ੍ਹਾਂ ਕਿ ਬੱਚੇ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਇੱਕ ਜਾਲੀ ਲੱਗੀ ਹੁੰਦੀ ਹੈ ਜਿਸ ਨੂੰ ਅਸੀਂ ਫੂਸ ਵੀ ਕਹਿ ਦਿੰਦੇ ਆ। ਤਾਂ ਕੂਲਰ ਦੇ ਤਿੰਨੇ ਪਾਸੇ ਇਹ ਫੂਸ ਵਾਲੀ ਜਾਲੀ ਲੱਗੀ ਹੁੰਦੀ ਹੈ ਤੇ ਇਸ ਜਾਲੀ ਦੇ ਉੱਪਰੋਂ ਕੀ ਹੈਗਾ ਪਾਣੀ ਪੈਂਦਾ ਹੈ ਤੇ ਇਹ ਜੋ ਕੂਲਰ ਦਾ ਜੋ ਪੱਖਾ ਹੈ ਇਹ ਜਦੋਂ ਹਵਾ ਖਿੱਚਦਾ ਹੈ ਤਾਂ ਇਹ ਕੂਲਰ ਦਾ ਪੱਖਾ ਵਾਤਾਵਰਣ ਦੇ ਵਿੱਚੋਂ ਗਰਮ ਹਵਾ ਨੂੰ ਖਿੱਚਦਾ ਹੈ ਤੇ ਇਹ ਗਰਮ ਹਵਾ ਜਦੋਂ ਇਸ ਫੂਸ ਦੇ ਵਿੱਚੋਂ ਲੰਘਦੀ ਹੈ ਜੋ ਕਿ ਪਾਣੀ ਦੇ ਨਾਲ ਠੰਡਾ ਹੋਇਆ ਹੈ ਤਾਂ ਇਹ ਫੂਸ ਇਸ ਗਰਮ ਹਵਾ ਦੀ ਗਰਮੀ ਸੋਖ ਲੈਂਦਾ ਹੈ ਤੇ ਠੰਡੀ ਹਵਾ ਜੋ ਹੈ ਉਹ ਸਾਨੂੰ ਪੱਖੇ ਰਾਹੀਂ ਕੀ ਹੈਗਾ ਸਾਡੇ ਤੱਕ ਪਹੁੰਚ ਜਾਂਦੀ ਹੈ। ਤਾਂ ਬੱਚੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਟੌਪਿਕ ਸਮਝ ਆ ਗਿਆ ਹੋਵੇਗਾ। ਜੇ ਤੁਹਾਨੂੰ ਸਾਡਾ ਅੱਜ ਦਾ ਇਹ ਟੌਪਿਕ ਚੰਗਾ ਲੱਗਿਆ ਤਾਂ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਅੱਜ ਦੇ ਇਸ ਟੌਪਿਕ ਨੂੰ ਧਿਆਨ ਨਾਲ ਸੁਣਨ ਦੇ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।